Hello students, so in today's lecture we'll be starting with the new unit of M2M and IoT, which is unit number 2. In this lecture ਆਪਾਂ ਕੋਸ਼ਿਸ਼ ਕਰਾਂਗੇ ਅੰਡਰਸਟੈਂਡ ਕਰਨ ਦੀ ਕਿ M2M ਕੀ ਹੁੰਦਾ ਹੈ, ਕਿੱਦਾਂ ਦੀ ਉਹਦੇ ਵਿੱਚ ਕਨੈਕਟੀਵਿਟੀ ਯੂਜ਼ ਕੀਤੀ ਜਾ ਸਕਦੀ ਹੈ, M2M ਤੇ IoT ਦੇ ਵਿੱਚ ਕੀ ਰਿਲੇਸ਼ਨ ਹੈ, M2M ਵਿੱਚ ਕੀ ਕੰਪੋਨੈਂਟਸ ਚਾਹੀਦੇ ਹੋਣਗੇ ਤੇ ਇੱਕ ਰੀਅਲ ਲਾਈਫ ਐਗਜ਼ਾਮਪਲ ਥਰੂ ਆਪਾਂ M2M ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਾਂਗੇ। सो M2M का मतलब है मशीन टू मशीन, M फॉर मशीन, टू फॉर टू एक दूसरे दे नाल, अगेन M इज़ फॉर मशीन। हुण आपां IoT समझ चुके हैं कि IoT की हुंदा है। IoT इज़ अ सेट ऑफ इंटरकनैक्टेड डिवाइसेस, वेरी डिफरेंट हेट्रोजीनियस डिवाइसेस जो आपस में कम्यूनीकेट करते पे ने वायरलैस मीडियम के थ्रू, ताकि वो डाटा एक्सचेंज कर सकन ते सानू कोई सर्विस प्रोवाइड कर सकन। ਹੁਣ IoT ਵਿੱਚ ਬਹੁਤ ਵੱਡੇ ਲੈਵਲ 'ਤੇ ਸਕੇਲੇਬਿਲਿਟੀ ਹੈ, ਮਤਲਬ ਬਹੁਤ ਤਰ੍ਹਾਂ ਦੇ ਡਿਵਾਈਸਿਸ ਕਨੈਕਟਡ ਨੇ ਆਪਸ ਵਿੱਚ, ਡਿਫਰੈਂਟ ਕਾਈਂਡ ਆਫ ਡਾਟਾ ਐਕਸਚੇਂਜ ਕਰਦੇ ਪਏ ਨੇ ਤਾਂ ਕਿ ਹਿਊਮਨ ਇੰਟਰਵੈਂਸ਼ਨ, ਹਿਊਮਨ ਇੰਟਰਫੇਰੈਂਸ ਘੱਟ ਹੋਵੇ, ਮੈਨੂਅਲ ਕੰਮ ਘੱਟ ਹੋਵੇ ਅਤੇ ਸਭ ਕੁਛ ਆਟੋਮੈਟਿਕਲੀ ਜ਼ਿਆਦਾ ਸਾਨੂੰ ਸਰਵਿਸਿਜ਼ ਪ੍ਰੋਵਾਈਡ ਹੋ ਸਕਣ ਤਾਂ ਕਿ ਐਫੀਸ਼ੀਐਂਸੀ ਇੰਕਰੀਜ਼ ਹੋਵੇ। ਐਗਜ਼ਾਮਪਲ ਹੈ ਜਿਵੇਂ ਸਮਾਰਟ ਸਿਟੀਜ਼, ਜਿਵੇਂ ਆਪਣੇ ਸਮਾਰਟ ਇਲੈਕਟ੍ਰਿਕ ਮੀਟਰਸ ਆ ਗਏ ਨੇ, ਜੋ ਪਹਿਲਾਂ ਤਾਂ ਬੰਦਾ ਤੁਹਾਡੀ ਮੀਟਰ ਰੀਡਿੰਗ ਨੋਟ ਕਰਨ ਆਉਂਦਾ ਸੀ, ਹੁਣ ਤੁਹਾਡਾ ਆਟੋਮੈਟਿਕਲੀ ਮੀਟਰ ਰੀਡ ਕਰ ਲੈਂਦਾ ਕਿ ਤੁਹਾਡੀ ਇਲੈਕਟ੍ਰੀਸਿਟੀ ਦੀਆਂ ਇੰਨੀਆਂ ਯੂਨਿਟਸ ਯੂਜ਼ ਹੋਈਆਂ। ਸਮਾਰਟ ਸਟਰੀਟ ਲਾਈਟਸ ਆ ਗਈਆਂ ਨੇ, ਸਮਾਰਟ ਵਾਟਰ ਤੁਹਾਡੇ ਡਿਸਪੈਂਸਰਸ ਆ ਗਏ ਨੇ। ਇੱਦਾਂ ਸਮਾਰਟ ਸਿਟੀ ਵਿੱਚ ਸਭ ਕੁਛ ਇੱਦਾਂ ਹੈ ਕਿ ਆਟੋਮੈਟਿਕ ਹੋ ਗਿਆ, ਮੈਨੂਅਲ ਨਹੀਂ ਹੈ। ਦੈਟਸ ਇਜ਼ ਅ ਬਿਗ ਨੈਟਵਰਕ। IoT ਇਵੋਲਵ ਹੋਇਆ M2M ਤੋਂ। ਸਭ ਤੋਂ ਪਹਿਲਾਂ ਸਾਡੇ ਕੋਲ ਕੀ ਸੀ? M2M ਜਿਵੇਂ ਮੈਂ ਦੱਸਿਆ ਉਹਦਾ ਵੀ ਮਤਲਬ ਕੀ ਹੈ? ਮਸ਼ੀਨ ਟੂ ਮਸ਼ੀਨ। ਇਹਦੇ ਵਿੱਚ ਵੀ ਮਸ਼ੀਨਸ ਕੀ ਹੈ? ਇੱਕ ਦੂਸਰੇ ਨਾਲ ਕਮਿਊਨੀਕੇਟ ਕਰ ਰਹੀਆਂ ਨੇ ਇੰਟਰਨੈਟ ਦੇ ਥਰੂ ਹੀ, ਤਾਂ ਕਿ ਹਿਊਮਨ ਇੰਟਰੈਕਸ਼ਨ ਘੱਟ ਹੋਏ। ਫਿਰ ਕੁਐਸਚਨ ਆਉਂਦਾ ਕਿ ਵਾਟ ਇਜ਼ ਦੀ ਡਿਫਰੈਂਸ ਬਿਟਵੀਨ M2M? ਇਫ ਦੇ M2M ਇਜ਼ ਆਲਸੋ ਕਿ ਮਸ਼ੀਨਸ ਇੱਕ ਦੂਸਰੇ ਨਾਲ ਕਨੈਕਟਡ ਨੇ ਇੰਟਰਨੈਟ ਦੇ ਥਰੂ, ਤਾਂ ਕਿ ਹਿਊਮਨ ਇੰਟਰੈਕਸ਼ਨ ਨਾ ਹੋਵੇ, ਹਿਊਮਨ ਇੰਟਰਫੇਰੈਂਸ ਨਾ ਹੋਵੇ, ਤਾਂ ਹਾਊ ਇਜ਼ ਇਟ ਡਿਫਰੈਂਟ ਫਰੋਮ IoT? ਦ ਡਿਫਰੈਂਸ ਲਾਈਜ਼ ਕਿ ਜਿਹੜਾ M2M ਹੈ, ਮਸ਼ੀਨ ਟੂ ਮਸ਼ੀਨ ਕਮਿਊਨੀਕੇਸ਼ਨ, ਇਹ M2M ਇੱਕ ਪਰਟੀਕੂਲਰ ਸਰਵਿਸ ਲਈ ਡਿਵੈਲਪ ਕੀਤਾ ਜਾਂਦਾ ਹੈ। ਮਤਲਬ ਜੇ ਮਸ਼ੀਨ ਦੂਸਰੀ ਮਸ਼ੀਨ ਨਾਲ ਕਮਿਊਨੀਕੇਟ ਕਰ ਰਹੀ ਹੈ, ਕੋਈ ਪਰਟੀਕੂਲਰ ਸਰਵਿਸ ਪ੍ਰੋਵਾਈਡ ਕਰਦੀ ਪਈ ਹੋਗੀ। ਐਗਜ਼ਾਮਪਲ ਤੁਹਾਡੀਆਂ ATM ਮਸ਼ੀਨਸ, ਆਪਾਂ ATM ਯੂਜ਼ ਕਰੀਦਾ, ਆਪਾਂ ਆਪਣਾ ATM ਕਾਰਡ ਪਾਈਦਾ, ਪਿਨ ਭਰੀਦਾ, ਪੈਸੇ ਵਿਡਰੋ ਕਰ ਸਕਦੇ ਹਾਂ। ਹੁਣ ਇਹ ਕੀ ਹੈ? ਇਹ M2M ਦੀ ਐਗਜ਼ਾਮਪਲ ਹੈ। ਇੱਕ ਤੁਹਾਡੀ ATM ਮਸ਼ੀਨ ਹੋ ਗਈ, ਉਹਦੇ ਵਿੱਚ ਕੁਛ ਸਮਾਰਟ ਸੋਫਟਵੇਅਰ ਹੈ, ਤੁਹਾਨੂੰ ਪੈਸੇ ਮਿਲ ਜਾਂਦੇ ਨੇ, ਹੈ ਨਾ, ਵਰਨਾ ਤਾਂ ਬੈਂਕ ਵਿੱਚ ਲਾਈਨਸ ਲੱਗੋ, ਆਪਣੀ ਚੈੱਕ ਬੁੱਕ ਭਰੋ ਜਾਂ ਉੱਥੇ ਫੋਰਮ ਫਿਲ ਕਰੋ, ਫਿਰ ਕਿਸੇ ਮੈਨੂਅਲੀ ਪੈਸੇ ਮਿਲਣਗੇ। ਇੱਕ ਆਪਸ਼ਨ ਹੈ ATMs ਦੀ। ਹੁਣ ਉਹ ATM ਇੱਦਾਂ ਕਿਵੇਂ ਪੈਸੇ ਦੇ ਦਿੰਦਾ? ਉਹ ਪਿੱਛੇ ਵਾਇਰਸ ਦੇ ਥਰੂ ਇੱਕ ਹੋਰ ਮਸ਼ੀਨ ਸਰਵਰ ਨਾਲ ਕਨੈਕਟਡ ਹੁੰਦਾ, ਉੱਥੇ ਤੁਹਾਡੇ ਬੈਂਕ ਦੇ ਸਾਰੇ ਕ੍ਰੀਡੈਂਸ਼ੀਅਲਸ ਚੈੱਕ ਹੁੰਦੇ ਨੇ। ਜੇ ਉਹ ਸਹੀ ਨੇ, ਜੋ ਤੁਸੀਂ ਅਮਾਊਂਟ ਭਰੀ ਹੈ ਉਨੇ ਪੈਸੇ ਹੈ, ਤਾਂ ਤੁਹਾਡੇ ਵਿਡਰੋ ਹੋ ਜਾਂਦੇ। ਤਾਂ ਇਹ ਹੋ ਗਈ ਤੁਹਾਡੀ M2M ਕਮਿਊਨੀਕੇਸ਼ਨ। ਇੱਕ ਸਪੈਸੀਫਿਕ ਐਪਲੀਕੇਸ਼ਨ ਸਰਵਿਸ ਤੁਹਾਨੂੰ ਪ੍ਰੋਵਾਈਡ ਕੀਤੀ ਜਾ ਰਹੀ ਹੈ ਵਾਇਰਲੈਸਲੀ, ਵਿਦਾਊਟ ਹਿਊਮਨ ਇੰਟਰਫੇਰੈਂਸ, ਬਟ ਮਸ਼ੀਨਸ ਆਪਸ ਵਿੱਚ ਕਮਿਊਨੀਕੇਟ ਕਰ ਰਹੇ ਨੇ ਫॉर ਸਪੈਸੀਫਿਕ ਐਪਲੀਕੇਸ਼ਨ। IoT ਵਿੱਚ ਕੀ ਹੁੰਦਾ ਹੈ? ਇੱਕ ਪਰਟੀਕੂਲਰ ਕੋਈ ਐਪਲੀਕੇਸ਼ਨ ਲਈ IoT ਡਿਵੈਲਪ ਨਹੀਂ। ਜੇ ਇੰਟਰਨੈਟ ਆਫ ਥਿੰਗਸ ਕੰਮ ਕਰ ਰਿਹਾ ਹੈ, ਤਾਂ ਉਹ ਥਿੰਗਸ ਆਪਸ ਵਿੱਚ ਇੰਟਰਨੈਟ ਦੇ ਥਰੂ ਤੁਹਾਨੂੰ ਮਲਟੀਪਲ ਸਰਵਿਸਿਜ਼ ਪ੍ਰੋਵਾਈਡ ਕਰਨਗੇ। ਫੋਰ ਐਗਜ਼ਾਮਪਲ ਇੱਕ ਸਰਵਿਸ ਹੋ ਗਈ, ਉਹ ATM ਵਿਡਰੋ ਕਰ ਰਿਹਾ, ਤੁਸੀਂ ਮਨੀ ਵਿਡਰੋ ਕਰ ਪਾ ਰਹੇ ਹੋ। ਇੱਕ ਤੁਹਾਡਾ ਕੋਈ ਸਪ੍ਰਿੰਕਲਰ ਹੋ ਗਿਆ ਸਮਾਰਟ, ਤੁਹਾਡੀ ਸਮਾਰਟ ਵਾਚ, ਉਹ ਆਪਸ ਵਿੱਚ ਸਭ ਇੰਟਰੈਕਟ ਕਰ ਰਹੇ ਹੋਣਗੇ ਇੱਕ ਵੱਡੇ ਲੈਵਲ 'ਤੇ ਮਲਟੀਪਲ ਸਰਵਿਸਿਜ਼ ਤੁਹਾਨੂੰ ਪ੍ਰੋਵਾਈਡ ਕਰਨ ਲਈ। ਉਹ ਕਾਹਦਾ ਕੰਸੈਪਟ ਹੈ? IoT ਦਾ। ਤਾਂ M2M ਨੂੰ ਜਦ ਇੰਪਰੂਵ ਕਰਕੇ, ਐਫੀਸ਼ੀਐਂਸੀ ਇੰਕਰੀਜ਼ ਕਰਕੇ, ਅਸੀਂ ਕੀ ਕਹਿ ਸਕਦੇ ਹਾਂ? ਹਾਇਰ ਡਾਇਮੈਂਸ਼ਨ 'ਤੇ ਸਾਡੇ ਕੋਲ ਕੀ ਹੈ? IoT ਹੈ। ਦੈਟ ਇਜ਼ ਹਾਊ ਟੂ ਅੰਡਰਸਟੈਂਡ M2M। IoT ਇਜ਼ ਲਾਈਕ ਅ ਸਮਾਰਟ ਸਿਟੀ, ਜਿਹਦੇ ਵਿੱਚ ਮਲਟੀਪਲ ਸਪੈਸੀਫਿਕ M2M ਸਰਵਿਸਿਜ਼ ਹੋ ਸਕਦੀਆਂ ਨੇ, ਮਸ਼ੀਨ ਟੂ ਮਸ਼ੀਨ ਸਰਵਿਸਿਜ਼। ਦੈਟ ਇਜ਼ ਦ ਬਿਗੇਸਟ ਡਿਫਰੈਂਸ। M2M is for a specific application, though automated. IoT is a combination of such multiple M2M services. ठीक है? That's the second point कि M2M connectivity is related to Internet of Things. That how I explained. IoT is a system of machines interrelated so that devices can be connected wirelessly and exchange and analyze data automatically in the cloud. This is another difference कि IoT ਵਿੱਚ ਕਿਉਂਕਿ ਬਹੁਤ ਸਾਰੇ ਡਿਵਾਈਸਿਸ ਕਮਿਊਨੀਕੇਟ ਕਰ ਰਹੇ ਨੇ, ਬਹੁਤ ਸਾਰਾ ਡਾਟਾ ਐਕਸਚੇਂਜ ਹੋ ਰਿਹਾ, ਤਾਂ ਆਪਾਂ ਦੇ ਕੋਲ ਇੰਨੀ ਮੈਮਰੀ ਪ੍ਰੋਸੈਸਿੰਗ ਪਾਵਰ ਨਹੀਂ ਕਿ ਆਪਾਂ ਲੋਕਲ ਕੰਪਿਊਟਰ ਤਾਂ ਕਰੀਏ,
ਤਾਂ what we do, we usually use the services of the cloud. So in short ਕਹਿੰਦੇ IoT is enabled by integrating, combining many M2M services and using cloud. ਹੁਣ M2M ਦੇ ਵਿੱਚ ਇੱਕ ਹੋਰ ਇੰਪੋਰਟੈਂਟ ਡਿਫਰੈਂਸ ਕੀ ਹੈ, IoT ਦੇ ਵਿੱਚ ਤਾਂ ਆਪਾਂ ਯੂਜਲੀ ਵਾਇਰਲੈਸ ਮੀਡੀਅਮ, ਸਪੈਸੀਫਿਕ ਵਾਇਰਲੈਸ ਮੀਡੀਅਮ ਡਿਵੈਲਪ ਕਰਨ ਦੀ ਕੋਸ਼ਿਸ਼ ਕਰੀਦਾ, ਬਟ ਜਿਹੜੇ M2M ਸਰਵਿਸਿਜ਼ ਹੈ ਨਾ, ਫੋਰ ਐਗਜ਼ਾਮਪਲ ATM ਮਸ਼ੀਨ ਜਾਂ ਕੋਈ ਹੋਰ ਇੱਦਾਂ ਦੀ ਸਪੈਸੀਫਿਕ ਐਪਲੀਕੇਸ਼ਨ, ਇਹਦੇ ਵਿੱਚ ਕੀ ਹੁੰਦਾ ਹੈ, ਆਪਾਂ ਜੋ ਐਗਜ਼ਿਸਟਿੰਗ ਸਾਡੇ ਕੋਲ ਇਨਫਰਾਸਟਰਕਚਰ ਹੈ ਜਿਹਦੇ ਥਰੂ ਆਪਾਂ ਡਾਟਾ ਕਮਿਊਨੀਕੇਟ ਕਰ ਸਕਦੇ ਹਾਂ, ਉਹਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਐਗਜ਼ਾਮਪਲ ਇਸ ਆਪਣੇ ਜਿਹੜੇ ਮੋਬਾਈਲ ਨੈਟਵਰਕਸ ਦਾ ਆਪਾਂ ਕੋਲ ਹੈਗਾ ਮੀਡੀਅਮ ਡਾਟਾ ਐਕਸਚੇਂਜ ਕਰਨ ਦਾ, ਉਹਨੂੰ ਯੂਜ਼ ਕਰ ਲਈਏ, ਜਾਂ ਵਾਇਰਡ ਮੀਡੀਅਮ ਈਥਰਨੈਟ ਉਹਨੂੰ ਯੂਜ਼ ਕਰ ਲਈਏ, ਐਗਜ਼ਿਸਟਿੰਗ ਇਨਫਰਾਸਟਰਕਚਰ ਯੂਜ਼ ਕਰਨ ਦੀ ਕੋਸ਼ਿਸ਼ ਕਰੀਦੀ ਹੈ। ਨੈਕਸਟ ਵਾਟ ਆਰ ਦੀ ਬੈਨੀਫਿਟਸ ਆਫ M2M। ਹੁਣ ਦੇਖੋ ਮਸ਼ੀਨ ਟੂ ਮਸ਼ੀਨ ਮਤਲਬ ਆਟੋਮੇਸ਼ਨ ਕਰਨ ਦਾ ਕੀ ਮਤਲਬ ਹੋਇਆ, ਇਹਦੇ ਨਾਲ ਕੀ ਹੋਊਗਾ, ਹਿਊਮਨ ਇੰਟਰਵੈਂਸ਼ਨ ਘੱਟ ਹੋਊਗੀ। ਹਿਊਮਨ ਇੰਟਰਵੈਂਸ਼ਨ ਜੇ ਘੱਟ ਹੋਊਗੀ, ਮਸ਼ੀਨਸ ਫਾਸਟਰ ਰੇਟ 'ਤੇ ਕੰਮ ਕਰ ਪਾਉਣਗੀਆਂ, ਲੈਸਰ ਮਿਸਟੇਕਸ ਨਾਲ ਕੰਮ ਕਰ ਪਾਉਣਗੀਆਂ, ਤਾਂ ਰੈਵਨਿਊਜ਼ ਕੀ ਹੋਣਗੇ, ਇੰਕਰੀਜ਼ ਹੋਣਗੇ। ਹਿਊਮਨਸ ਘੱਟ ਯੂਜ਼ ਹੋਣਗੇ, ਕੋਸਟ ਰਿਡਿਊਸ ਹੋਣੀਆਂ, ਐਫੀਸ਼ੀਐਂਸੀ ਇੰਕਰੀਜ਼ ਕਰੂਗੀ। ਆਪਾਂ ਫਟਾਫਟ ਜਿਵੇਂ ATM ਵਿੱਚ ਵਿਡਰੋਅ ਕਰ ਸਕਦੇ, ਕਿੱਥੇ ਬੈਂਕ ਵਿੱਚ ਟਾਈਮ ਲੱਗਦਾ, ਤਾਂ ਬੈਟਰ ਕਸਟਮਰ ਸਰਵਿਸ ਦੇ ਸਕਦੇ ਹਾਂ ਅਸੀਂ। ਹੁਣ ਜਦ ਮਸ਼ੀਨਸ ਆਪਸ ਵਿੱਚ ਕਮਿਊਨੀਕੇਟ ਕਰ ਰਹੀਆਂ ਨੇ, ਤਾਂ ਆਪਾਂ ਕਿਸ ਤਰ੍ਹਾਂ ਦੀ ਕਨੈਕਟੀਵਿਟੀ ਯੂਜ਼ ਕਰ ਸਕਦੇ ਹਾਂ। ਆਪਾਂ 4 ਮੇਜਰ ਕਾਈਂਡਸ ਆਫ ਕਨੈਕਟੀਵਿਟੀਜ਼ ਯੂਜ਼ ਕਰ ਸਕਦੇ ਹਾਂ, RFID, ਬਲੂਟੂਥ, ਲੋ ਫ੍ਰੀਕੁਐਂਸੀ ਰੇਂਜ ਜਾਂ GSM ਨੈਟਵਰਕ, ਗਲੋਬਲ ਸਿਸਟਮ ਆਫ ਮੋਬਾਈਲ ਨੈਟਵਰਕ। ਹੁਣ ਇਹ ਕਦੋਂ ਯੂਜ਼ ਕਰਨਾ ਹੈ ਤਾਂ ਕੀ ਫ਼ਰਕ ਹੈ ਕਨੈਕਟੀਵਿਟੀ ਵਿੱਚ। ਸਪੋਜ਼ 2 ਮਸ਼ੀਨਸ ਇੱਦਾਂ ਦੀਆਂ ਜੋ ਬਹੁਤ ਨੇੜੇ ਨੇ ਇੱਕ ਦੂਸਰੇ ਦੇ। ਐਗਜ਼ਾਮਪਲ ਇਸ ਤੁਹਾਡੇ ਲਾਇਬ੍ਰੇਰੀ ਦੇ ਵਿੱਚ ਪਹਿਲਾਂ ਆਪਾਂ ਕੀ ਹੁੰਦਾ ਸੀ, ਲਾਇਬ੍ਰੇਰੀ ਵਿੱਚ ਬੁੱਕਸ 'ਤੇ ਨੰਬਰਸ ਲਿਖੇ ਹੁੰਦੇ ਸੀ। ਜੇ ਆਪਾਂ ਕੋਈ ਬੁੱਕ ਇਸ਼ੂ ਕਰਾਉਣੀ ਹੈ ਤਾਂ ਆਪਾਂ ਬੁੱਕ ਕੀਪਰ ਕੋਲ ਜਾਈਦਾ ਸੀ, ਉਹ ਸਾਡੇ ਨਾਮ ਦੇ ਅਗੇਂਸਟ ਉਸ ਬੁੱਕ ਦਾ ਨੰਬਰ ਲਿਖ ਲੈਂਦਾ ਸੀ, ਤਾਂ ਮੈਨੂਅਲ ਸਰਵਿਸਿਜ਼ ਸੀ। ਹੁਣ ਕੀ ਹੋਇਆ, ਬੁੱਕਸ ਦੇ ਉੱਤੇ ਅੱਜ ਕੱਲ੍ਹ ਇਲੈਕਟ੍ਰੋਨਿਕ ਟੈਗਸ ਲੱਗਣ ਲੱਗ ਗਿਆ, ਤਾਂ ਜੇ ਤੁਸੀਂ ਕੋਈ ਬੁੱਕ ਲੈਣੀ ਹੈ, ਇਸ਼ੂ ਕਰਾਉਣੀ ਹੈ, ਜੇ ਤੁਸੀਂ ਜਾਓਗੇ ਆਪਣੀ ਬੁੱਕ ਇੱਕ ਕੰਪਿਊਟਰ ਦੇ ਅੱਗੇ ਕਰੋਗੇ, ਉਹ ਤੁਹਾਡੇ ਬੁੱਕ ਦਾ ਇਲੈਕਟ੍ਰੋਨਿਕ ਟੈਗ ਸਕੈਨ ਕਰੂਗਾ ਅਤੇ ਆਟੋਮੈਟਿਕਲੀ ਕੰਪਿਊਟਰ ਵਿੱਚ ਫੀਡ ਕਰ ਦੂਗਾ ਕਿ ਇਹ ਬੁੱਕ ਇਹ ਪਰਸਨ ਲੈ ਕੇ ਗਿਆ, ਤਾਂ ਆਟੋਮੇਟ ਹੋ ਗਿਆ। ਤਾਂ ਇਹ ਕਿੱਦਾਂ ਆਟੋਮੇਟ ਹੋਇਆ, ਇਲੈਕਟ੍ਰੋਨਿਕ ਟੈਗਸ ਜਿਹੜੇ ਡਿਟੈਕਟ ਕਰ ਰਹੀ ਹੈ ਮਸ਼ੀਨ, ਉਹ ਰੇਡੀਓ ਫ੍ਰੀਕੁਐਂਸੀ ਉੱਤੇ ਕੰਮ ਕਰਦੀ ਪਈ ਹੈ, ਮਤਲਬ ਨੇੜੇ ਜਿਹੜੇ ਮਸ਼ੀਨਸ ਹੋਣ। ਤਾਂ ਜੇ ਮਸ਼ੀਨ ਨੇੜੇ ਇੱਕ ਦੂਸਰੇ ਦੇ, ਤਾਂ ਆਪਾਂ ਕਿਹੜੀ ਕਨੈਕਟੀਵਿਟੀ ਯੂਜ਼ ਕਰ ਸਕਦੇ ਹਾਂ, RFID ਬੇਸਡ ਔਨ ਰੇਡੀਓ ਵੇਵਸ, ਐਂਡ ਦਿਸ ਵਰਕਸ ਓਨਲੀ ਬਿਟਵੀਨ 10 ਮੀਟਰਸ। ਮਤਲਬ ਜੋ 2 ਮਸ਼ੀਨਸ M2M ਦੀਆਂ ਕਮਿਊਨੀਕੇਟ ਕਰ ਰਹੀਆਂ ਨੇ, ਜੇ RFID ਯੂਜ਼ ਕਰਨੀ ਹੈ ਤਾਂ 10 ਮੀਟਰਸ ਦੀ ਰੇਂਜ 'ਤੇ ਹੋਣੀਆਂ ਚਾਹੀਦੀਆਂ ਨੇ ਇੱਕ ਦੂਸਰੇ ਦੀ। ਜੇ ਮਸ਼ੀਨਸ 10 to 20 ਮੀਟਰਸ ਜਾਂ ਮੈਕਸੀਮਮ 50 ਮੀਟਰਸ ਤੱਕ ਨੇ, ਤਾਂ ਆਪਾਂ ਕਿਹੜੀਆਂ ਸਰਵਿਸਿਜ਼ ਯੂਜ਼ ਕਰ ਸਕਦੇ ਹਾਂ ਕਨੈਕਟੀਵਿਟੀ ਦੀਆਂ, ਬਲੂਟੂਥ ਜਾਂ ਵਾਈਫਾਈ। ਮਤਲਬ ਜੇ 10 ਮੀਟਰਸ ਤੋਂ ਜ਼ਿਆਦਾ ਦੂਰੀ 'ਤੇ ਨੇ ਮਸ਼ੀਨਸ, ਤਾਂ ਤੁਸੀਂ ਕੀ ਯੂਜ਼ ਕਰ ਸਕਦੇ ਹੋ, ਬਲੂਟੂਥ ਜਾਂ ਵਾਈਫਾਈ। ਹੁਣ ਜੇ ਸਪੋਜ਼ ਤੁਹਾਡੀਆਂ ਮਸ਼ੀਨਸ ਇੱਕ ਸਿਟੀ ਵਿੱਚ 50 ਕਿਲੋਮੀਟਰਸ 100 ਕਿਲੋਮੀਟਰਸ ਫਰਕ ਨੇ, ਤਾਂ ਫਿਰ ਤੁਸੀਂ ਕੀ ਯੂਜ਼ ਕਰ ਸਕਦੇ ਹੋ, ਫ੍ਰੀਕੁਐਂਸੀ ਸਪੈਕਟਰਮ ਯੂਜ਼ ਕਰ ਸਕਦੇ ਹੋ, ਲੋ ਫ੍ਰੀਕੁਐਂਸੀ ਸਪੈਕਟਰਮ। ਐਂਡ ਇਫ ਦੇ ਆਰ ਵੈਰੀ ਫਾਰ ਅਵੇ, the machines are like cities apart, one is in Punjab, another is in Karnataka, ਤਾਂ ਆਪਾਂ ਸੈਟੇਲਾਈਟਸ ਯੂਜ਼ ਕਰ ਸਕਦੇ ਹਾਂ, ਮੋਬਾਈਲ ਨੈਟਵਰਕ ਵਾਲੀ ਕਨੈਕਟੀਵਿਟੀ ਯੂਜ਼ ਕਰ ਸਕਦੇ ਹਾਂ। ਤਾਂ ਕਨੈਕਟੀਵਿਟੀ ਕਿੱਦਾਂ ਚੂਜ਼ ਕਰਨੀ ਹੈ, ਬੇਸਡ ਅਪੋਨ ਕਿ ਤੁਹਾਡੀਆਂ ਮਸ਼ੀਨਸ ਇੱਕ ਦੂਸਰੇ ਤੋਂ ਕਿੰਨੀ ਦੂਰ ਨੇ। ਹੁਣ M2M ਅਤੇ IoT ਦੇ ਵਿੱਚ ਕੀ ਰਿਲੇਸ਼ਨ ਹੈ, ਸੀ ਦਿਸ ਡਾਇਗਰਾਮ ਆਪਾਂ ਪਹਿਲਾਂ ਵੀ ਡਿਸਕਸ ਕੀਤਾ। IoT ਅਤੇ M2M ਦਾ ਕੌਨਸੈਪਟ ਸੇਮ ਹੈ ਕਿ ਦੋਨਾਂ ਨੇ ਇੱਕ ਦੂਸਰੇ ਵਿੱਚ ਮਸ਼ੀਨਸ ਡਿਵਾਈਸਿਸ ਇੰਟਰਕਨੈਕਟਡ ਨੇ, ਵਾਇਰਲੈਸਲੀ ਉਹ ਇੱਕ ਦੂਸਰੇ ਨਾਲ ਕਨੈਕਟਡ ਨੇ, ਹਿਊਮਨ ਇੰਟਰਫੇਰੈਂਸ ਘੱਟ ਹੈ, ਬਟ ਫਰਕ ਕਿੱਥੇ ਹੈ, M2M ਸਪੈਸੀਫਿਕ ਐਪਲੀਕੇਸ਼ਨ ਲਈ ਯੂਜ਼ ਹੁੰਦਾ ਹੈ, IoT ਐਟ ਅ ਬਿਗਰ ਲੈਵਲ ਯੂਜ਼ ਹੁੰਦਾ ਹੈ, ਮਲਟੀਪਲ ਸਰਵਿਸਿਜ਼ IoT ਦੇ ਵਿੱਚ ਸਾਡੀਆਂ ਕੰਬਾਈਨ ਹੋ ਸਕਦੀਆਂ ਨੇ। ਤਾਂ ਆਪਾਂ ਕੀ ਕਹਿ ਸਕਦੇ ਹਾਂ ਕਿ M2M ਇਜ਼ ਅ ਸਬਸੈਟ ਆਫ IoT। ਸਬਸੈਟ ਦਾ ਕੀ ਮਤਲਬ ਹੈ, ਉਹਦਾ ਛੋਟਾ ਹਿੱਸਾ ਹੈ। M2M ਇੱਕ ਛੋਟਾ ਹਿੱਸਾ ਹੈ ਕਿਹਦਾ, IoT ਦਾ। Just see this example, IoT versus M2M. IoT is on the left side, M2M is on the right side. ATM वाली मैं थोड़ा second example दिखाई कि ATM is connected to a machine. First example देखो,
ਕਾਰ इज़ कनैक्टेड टू अ कंप्यूटर, थर्ड ਵਿੱਚ ਇੱਕ ਵੈਂਡਿੰਗ ਮਸ਼ੀਨ इज़ कनैक्टेड टू अ कंप्यूटर। ਹੁਣ ਕਾਰ ਵਾਲੀ ਐਗਜ਼ਾਮਪਲ ਨੂੰ ਕਿਵੇਂ ਅੰਡਰਸਟੈਂਡ ਕਰ ਸਕਦੇ ਹੋ? ਸਪੋਜ਼ ਤੁਸੀਂ ਟਰਾਂਸਪੋਰਟ ਦਾ ਕੰਮ ਕਰ ਰਹੇ ਹੋ, ਤੁਸੀਂ ਕੁਛ ਫਲਾਵਰਸ ਟਰਾਂਸਪੋਰਟ ਕਰਦੇ ਹੋ ਡਿਫਰੈਂਟ ਪਲੇਸਿਸ 'ਤੇ, ਐਂਡ ਤੁਹਾਨੂੰ ਹਮੇਸ਼ਾ ਇਹ ਜਾਣਨ ਦੀ ਜ਼ਰੂਰਤ ਪੈਂਦੀ ਹੈ ਕਿ ਹੁਣ ਤੁਹਾਡਾ ਕਾਰ ਜਾਂ ਤੁਹਾਡਾ ਟਰੱਕ ਕਿੱਥੇ ਹੈ ਇਸ ਵੇਲੇ ਜਿਹੜਾ ਫਲਾਵਰਸ ਲੈ ਕੇ ਜਾ ਰਿਹਾ ਸੀ। ਵਨ ਆਪਸ਼ਨ ਇਜ਼ ਤੁਸੀਂ ਕੀ ਕਰੋ, ਡਰਾਈਵਰ ਨੂੰ ਵਾਰ-ਵਾਰ ਕਾਲ ਕਰੋ ਕਿ ਇਸ ਵੇਲੇ ਕਾਰ ਕਿੱਥੇ, ਇਸ ਵੇਲੇ ਮੇਰਾ ਟਰੱਕ ਕਿੱਥੇ ਹੈ। ਸੈਕਿੰਡ ਆਪਸ਼ਨ ਕੀ ਹੈ, ਤੁਹਾਡੇ ਕੋਲ ਇੱਕ ਕੰਪਿਊਟਰ ਹੈ ਅਤੇ ਤੁਸੀਂ ਆਪਣੀ ਟਰੱਕ ਦੇ ਵਿੱਚ ਇੱਕ ਇੱਦਾਂ ਦਾ ਸੈਂਸਰ ਲਾ ਦਿੱਤਾ ਜਿਹੜਾ ਉਸਦੀ ਲੋਕੇਸ਼ਨ ਸੈਂਸ ਕਰਕੇ ਕੰਪਿਊਟਰ ਨੂੰ ਭੇਜੀ ਜਾਏ। ਹੁਣ ਇਹਦੇ ਵਿੱਚ ਦੋ ਮਸ਼ੀਨਸ ਕਮਿਊਨੀਕੇਟ ਕਰ ਰਹੀਆਂ ਨੇ, ਇੱਕ ਤੁਹਾਨੂੰ ਲੋਕੇਸ਼ਨ ਭੇਜ ਰਹੀ ਹੈ ਕਿ ਤੁਹਾਡਾ ਟਰੱਕ ਕਿੱਥੇ ਹੈ ਤੁਹਾਡੀ ਮਸ਼ੀਨ 'ਤੇ, ਤਾਂ ਇਹ ਜਿਹੜੀ ਮਸ਼ੀਨ ਟੂ ਮਸ਼ੀਨ ਕਮਿਊਨੀਕੇਸ਼ਨ ਹੋ ਰਹੀ ਹੈ ਬਿਟਵੀਨ ਦੀ ਟਰੱਕ ਐਂਡ ਯੋਰ electronic software fitted truck and your computer, that is for a specific application। की application? tracking कि इस वेले ट्रक कित्थे है, ये specific application। बट IoT विच की होगा, ਤੁਹਾਡਾ ATM ਜਿਹੜਾ ਇਲੈਕਟ੍ਰੋਨਿਕ ਸਰਵਿਸ ਆਟੋਮੇਟਿਡ ਸਰਵਿਸ ਪ੍ਰੋਵਾਈਡ ਕਰ ਰਿਹਾ, ਤੁਹਾਡਾ ਫਲਾਵਰ ਟਰੈਕਿੰਗ ਆਟੋਮੇਟਿਡ, ਇਹ ਸਭ ਸਮਾਰਟ ਵਾਚ ਹੈ, ਤੁਹਾਡੀ ਆਟੋਮੇਟਿਡ ਰੇਲਸ ਹੈ ਕਿ ਇਸ ਵੇਲੇ ਟ੍ਰੇਨ ਕਿੱਥੇ ਪਹੁੰਚ ਗਈ, ਸਟੇਟਸ ਪਤਾ ਚੱਲ ਜਾਂਦਾ ਨਾ ਸਾਨੂੰ ਔਨਲਾਈਨ, ਤੁਹਾਡਾ ਸਮਾਰਟ ਹੋਮ ਹੈ। ਇਹ ਸਭ ਚੀਜ਼ਾਂ ਆਪਸ ਵਿੱਚ ਇੰਟਰਕਨੈਕਟ ਹੋ ਕੇ ਤੁਹਾਨੂੰ ਸਰਵਿਸ ਪ੍ਰੋਵਾਈਡ ਕਰ ਰਹੀਆਂ, ਤਦ ਉਹਨੂੰ ਕੀ ਕਿਹਾ ਜਾਂਦਾ ਹੈ? IoT। ਸੋ IoT ਇਜ਼ ਦੀ ਬਿਗਰ ਪਿਕਚਰ ਆਫ M2M, ਅਤੇ ਇਹਦੇ ਵਿੱਚ ਆਪਾਂ ਨੂੰ ਕਿਹਦੀ ਜ਼ਰੂਰਤ ਪੈਂਦੀ ਹੈ? ਕਲਾਊਡ ਦੀ। ਸੋ M2M ਰੈਫਰਸ ਟੂ ਦੀ ਕਮਿਊਨੀਕੇਸ਼ਨ ਆਫ ਕਨੈਕਟਿਡ ਡਿਵਾਈਸਿਸ, ਬਟ M2M systems are often isolated, मतलब वो specific application ਲਈ ਹੈ। Internet of Things takes M2Ms to the next level, ਉਹ ਅਗਲੇ ਲੈਵਲ 'ਤੇ ਲੈ ਗਿਆ, ਹਾਇਰ ਲੈਵਲ 'ਤੇ ਲੈ ਗਿਆ, bringing individual systems together into a large ecosystem। ecosystem ਕੀ ਹੁੰਦਾ ਹੈ? ਜਿਵੇਂ ਆਪਣਾ ecosystem ਹੈ, ਆਪਣਾ ਫੋਰੈਸਟ ਵੀ ਹੈ, ਸਿਟੀਜ਼ ਵੀ ਹੈ, ਬਿਲਡਿੰਗਸ ਵੀ, ਆਪਾਂ ਸਾਰੇ ਇੱਕ ਈਕੋਸਿਸਟਮ ਵਿੱਚ ਰਹਿ ਰਹੇ ਹਾਂ ਜਿਹਦੇ ਵਿੱਚ ਇਹ ਸਭ ਚੀਜ਼ਾਂ ਕੋਐਗਜ਼ਿਸਟ ਕਰ ਰਹੀਆਂ। ਇਸੀ ਤਰ੍ਹਾਂ ਜਿਹੜੀਆਂ ਸਿੰਗਲ M2 ਸਰਵਿਸਿਜ਼ ਨੂੰ ਆਪਸ ਵਿੱਚ ਕਲਾਊਡ ਥਰੂ ਕਨੈਕਟ ਕਰਕੇ ਸਾਡੇ ਕੋਲ ਕੀ ਆ ਜਾਂਦਾ ਹੈ? IoT। M2M ਸਰਵਿਸਿਜ਼ ਸਿਸਟਮਸ ਯੂਜ਼ ਪੀਅਰ ਟੂ ਪੀਅਰ ਕਰਨੀਆਂ। ਪੀਅਰ ਟੂ ਪੀਅਰ ਦਾ ਕੀ ਮਤਲਬ ਹੈ? ਇੰਡੀਵਿਜੂਅਲ, ਸਿੰਗਲ ਮਸ਼ੀਨ ਟੂ ਸਿੰਗਲ ਮਸ਼ੀਨ। ਬਟ IoT ਦੇ ਵਿੱਚ ਕੀ ਹੈ? ਬਹੁਤ ਸਾਰੀਆਂ ਇੱਦਾਂ ਦੀਆਂ M2M ਸਰਵਿਸਿਜ਼ ਨੂੰ ਕੀ ਕਰ ਦਿੱਤਾ ਗਿਆ ਹੈ? ਕਨੈਕਟ ਕਰ ਦਿੱਤਾ ਗਿਆ ਹੈ। ਨੈਕਸਟ ਪੁਆਇੰਟ, ਡਾਟਾ ਫਰੋਮ M2M ਡਿਵਾਈਸਿਸ ਇਜ਼ ਯੂਜ਼ਡ ਬਾਈ ਸਰਵਿਸ ਮੈਨੇਜਮੈਂਟ। M2M ਵਿੱਚ ਤੁਸੀਂ ਕੋਈ ਪਰਟੀਕੂਲਰ ਇੱਕ ਸਰਵਿਸ ਪ੍ਰੋਵਾਈਡ ਕਰਦੇ ਹੋ, ਫਲਾਵਰ ਟਰੈਕਿੰਗ ਦੀ ਜਾਂ ATM ਦੀ, ਬਟ IoT ਦੇ ਵਿੱਚ ਕੀ ਹੈ? ਇਹ ਕੋਈ ਵੱਡਾ ਬਿਜ਼ਨਸ ਲਈ ਜ਼ਿਆਦਾਤਰ ਯੂਜ਼ ਹੁੰਦੇ ਆ ਜਿਹਦੇ ਵਿੱਚ ਮਲਟੀਪਲ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ। This we saw कि M2M is a subset of IoT, this diagram। ਹੁਣ M2M ਲਈ ਕੀ ਜ਼ਰੂਰਤ ਹੈ? as we understood like IoT, ਇਹਦੇ ਵਿੱਚ ਸਾਨੂੰ ਸੈਂਸਰਸ ਚਾਹੀਦੇ ਹੋਣਗੇ ਡਾਟਾ ਕਲੈਕਟ ਕਰਨ ਲਈ, ਵਾਇਰਲੈਸ ਨੈਟਵਰਕ ਚਾਹੀਦਾ ਹੋਊਗਾ ਡਾਟਾ ਐਕਸਚੇਂਜ ਕਰਨ ਲਈ, ਕੰਪਿਊਟਰ ਚਾਹੀਦਾ ਹੋਊਗਾ ਜਿੱਥੇ ਪ੍ਰੋਸੈਸਿੰਗ ਹੋਊਗੀ, ਸੌਫਟਵੇਅਰ ਐਲਗੋਰਿਦਮਸ ਚਾਹੀਦੇ ਹੋਣਗੇ ਐਨਾਲਿਸਿਸ ਅਤੇ ਪ੍ਰੋਸੈਸਿੰਗ ਵਾਸਤੇ। ਹੁਣ ਰੀਅਲ ਲਾਈਫ ਐਗਜ਼ਾਮਪਲ ਆਫ M2M ਤੁਹਾਨੂੰ ਮੈਂ ਫਲਾਵਰ ਟਰੈਕਿੰਗ ਦੀ ਦਿੱਤੀ, ATM ਦੀ ਦਿੱਤੀ। ਅਨਦਰ ਐਗਜ਼ਾਮਪਲ ਇਨ ਹੈਲਥ, ਇਨ ਹੌਸਪੀਟਲਸ, ਤੁਹਾਡਾ ਇੱਕ ਪੇਸ਼ੈਂਟ ਹੈ ਜਿਹਦੇ ਤੁਸੀਂ ਆਕਸੀਜਨ ਲਾਈ ਹੋਈ ਹੈ। ਹੁਣ ਇੱਕ ਆਪਸ਼ਨ ਹੈ ਕਿ ਹਰ ਵੇਲੇ ਡਾਕਟਰ ਉਹਦੀ ਆਕਸੀਜਨ ਖੜ ਕੇ ਦੇਖਦਾ ਰਹੇ ਕਿ ਘਟੀ ਤਾਂ ਨਹੀਂ, ਜੇ ਘਟੀ ਮੈਂ ਆਕਸੀਜਨ ਸਪਲਾਈ ਵਧਾ ਦਾਂ। ਇੱਕ ਆਪਸ਼ਨ ਹੈ ਤੁਸੀਂ ਉਹ ਆਕਸੀਜਨ ਮੀਟਰ, ਆਕਸੀਜਨ ਇੰਸਟਰੂਮੈਂਟ ਜਿਹੜਾ ਉਹਦਾ ਲੱਗਿਆ ਉਹ ਇਲੈਕਟ੍ਰੋਨਿਕ ਆਟੋਮੇਟਿਡ ਹੈ, ਤਾਂ ਜਦ ਵੀ ਆਕਸੀਜਨ ਦੀ ਸਪਲਾਈ ਹਿਊਮਨ ਦੇ ਘਟੀ, ਉਸ ਪੇਸ਼ੈਂਟ ਦੇ ਘਟੀ, ਉਹ ਡਾਕਟਰ ਦੀ ਮਸ਼ੀਨ 'ਤੇ ਇਨਫੋਰਮ ਕਰੂਗਾ, ਡਾਕਟਰ ਨੂੰ ਉਹਦੇ ਮੋਬਾਈਲ 'ਤੇ ਇਨਫੋਰਮ ਕਰੂਗਾ ਕਿ ਆਕਸੀਜਨ ਘੱਟ ਗਈ, ਤਾਂ ਡਾਕਟਰ ਉੱਥੋਂ ਹੀ ਉਹਦਾ ਪ੍ਰੈਸ਼ਰ ਆਕਸੀਜਨ ਦਾ ਇਨਕਰੀਜ਼ ਕਰ ਸਕਦਾ। ਤਾਂ ਕੀ ਹੋ ਰਹੀ ਹੈ? ਉਸ ਆਕਸੀਜਨ ਇੰਸਟਰੂਮੈਂਟ ਵਨ ਮਸ਼ੀਨ ਟੂ ਡਾਕਟਰ ਦਾ ਮੋਬਾਈਲ ਸੈਕਿੰਡ ਮਸ਼ੀਨ, M2M ਕਮਿਊਨੀਕੇਸ਼ਨ। ਮਤਲਬ ਉੱਥੇ ਡਾਕਟਰ ਹੈ ਨਹੀਂ ਸੀ, ਉਹਨੇ ਆਪ ਆ ਕੇ ਕੁਛ ਨਹੀਂ ਕੀਤਾ, ਉਹ ਕੋਈ ਹਿਊਮਨ ਇੰਟਰਵੈਂਸ਼ਨ ਨਹੀਂ ਹੋਈ, ਸਿਰਫ ਡਾਟਾ ਐਕਸਚੇਂਜ ਹੋਇਆ ਵਾਇਰਲੈਸਲੀ ਅਤੇ ਆਕਸੀਜਨ ਦਾ ਪ੍ਰੈਸ਼ਰ ਕੀ ਹੋਇਆ? ਵੱਧ ਗਿਆ। ਦੈਟ ਇਜ਼ ਵਨ ਐਗਜ਼ਾਮਪਲ ਆਫ M2M। ਸੋ M2M ਵਰਸਸ IoT, this could be an important question for your paper, ਤਾਂ ਤੁਸੀਂ ਇਹ ਟੇਬਲ ਯੂਜ਼ ਕਰ ਸਕਦੇ ਹੋ which we all terms we have understood। what again summarize, M2M ਛੋਟੇ ਲੈਵਲ 'ਤੇ ਹੈ, ਛੋਟੇ ਸਕੇਲ 'ਤੇ ਹੈ, ਇੱਕ ਸਪੈਸੀਫਿਕ ਐਪਲੀਕੇਸ਼ਨ ਲਈ ਹੈ। IoT ਇੱਕ ਵੱਡੀ ਪਿਕਚਰ ਹੈ, ਮਲਟੀਪਲ ਸਰਵਿਸਿਜ਼ ਇੰਟੀਗ੍ਰੇਟਿਡ ਹੈ, ਲਾਰਜਰ ਸਕੇਲ 'ਤੇ ਹੈ, ਵੇਰੀਡ ਸਰਵਿਸਿਜ਼ ਨੇ। ਤਾਂ ਇਹੀ ਲਿਖੇ ਕਿ M2M ਫਰਸਟ ਪੁਆਇੰਟ ਇਜ਼ ਅਬਾਊਟ ਡਾਇਰੈਕਟ ਕਮਿਊਨੀਕੇਸ਼ਨ, ਮਸ਼ੀਨਸ ਦੀ ਆਪਸ ਵਿੱਚ ਇੱਕ ਡਾਇਰੈਕਟ ਕਮਿਊਨੀਕੇਸ਼ਨ।
बट IoT ਵਿੱਚ ਬਹੁਤ ਸਾਰੀਆਂ ਚੀਜ਼ਾਂ ਥਰੂ ਸੈਂਸਰਸ ਇੰਟਰਨੈਟ ਕਨੈਕਟਡ ਨੇ। M2M ਵਿੱਚ ਆਪਾਂ ਪੁਆਇੰਟ ਟੂ ਪੁਆਇੰਟ ਇੱਕ ਮਸ਼ੀਨ ਤੋਂ ਦੂਸਰੀ ਮਸ਼ੀਨ ਨਾਲ ਕਮਿਊਨੀਕੇਟ ਕਰਦੇ ਹਾਂ, ਜਦ ਕਿ IoT ਦੇ ਵਿੱਚ ਕਲਾਊਡ ਦੀ ਜ਼ਰੂਰਤ ਪੈਂਦੀ ਹੈ। M2M ਐਗਜ਼ਿਸਟਿੰਗ ਮੋਬਾਈਲ ਨੈਟਵਰਕ ਈਥਰਨੈਟ ਯੂਜ਼ ਕਰ ਸਕਦਾ, ਇੰਟਰਨੈਟ ਕਨੈਕਸ਼ਨ ਦੀ ਇੰਨੀ ਜ਼ਰੂਰਤ ਨਹੀਂ, ਜਦ ਕਿ IoT ਦੇ ਵਿੱਚ ਇੱਕ ਸਪੈਸੀਫਿਕ IP ਨੈਟਵਰਕ ਦੀ ਜ਼ਰੂਰਤ ਹੈ। M2M ਇਜ਼ ਯੂਜਲੀ ਹਾਰਡਵੇਅਰ ਬੇਸਡ, ਜਦ ਕਿ IoT ਵਿੱਚ ਹਾਰਡਵੇਅਰ ਅਤੇ ਸੌਫਟਵੇਅਰ ਦੋਨੋਂ ਚਾਹੀਦੇ ਨੇ। machines normally communicate with a single machine M2M which is very obvious क्योंकि उन्होंने एक particular application करनी। IoT ਦੇ ਵਿੱਚ क्योंकि multiple applications करनियाँ ने ਤਾਂ बहुत सारे users connected होंगे। So that's all about the introduction to M2M to understand कि कितना IoT M2M तो evolve होया। Thank you students।